ਸਤਨਾਮ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਵਰਨ ਜਾ ਤਰ ਪਾਤ ਨਹਿੰਜੇ। ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨਾ ਸਕਤ ਕੇਹ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਅੱਖੀ ਘਟਾ ਮੂੰਹ ਵਿੱਚ ਡਟਾ ਬੋਲ ਨ ਸਕੇ ਵਿਟ ਵਿਟ ਤੱਕੇ। ਬੋਲੇ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਤੱਕੇ। ਸਦਕਾ ਬਾਬੇ ਨਾਨਕ ਦਾ ਮਾਰਿਆ ਹਰ ਰਾਏ ਦਾ। ਸਗਲ ਦੁਆਰ ਕੋ ਸਾੜ ਕੈ ਗਹਿਓ ਤੁਹਾਰੋ ਦੁਆਰ। ਵਾਹੇ ਗਾਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ। ਵਾਹੇ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਾਹਿਬ ਕਮਾਲ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਸ਼ਕਤੀਮਾਨ ਦੀਨ ਬੰਧੂ ਭਗਤ ਵਸਲ ਕਰਨਾ ਨਿਧਾਨ। ਸਾਰੀ ਦੁਨੀਆ ਦੇ ਸਾਂਝੇ ਰਹਿਬਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਕੀ ਗੋਦ ਵਿੱਚ ਹਾਜ਼ਰੀ ਭਰ ਰਹੇ ਔਰ ਆ ਰਹੇ ਪਿਆਰੇ ਸਤਸੰਗੀ ਜਾਨੋ, ਆਓ ਸਾਰੇ ਰਲ ਮਿਲ ਕੇ ਕੁਝ ਸਮਾਂ ਹੋਰ ਜਿੰਨਾ ਟਾਈਮ ਸਤਿਗੁਰੂ ਮਹਾਰਾਜ ਬਖਸ਼ਦੇ ਨੇ ਜਿਵ ਜਿਵ ਹੁਕਮ ਤਿਵੈ ਤਿਵਕਾਰ। ਜਿਵੇਂ ਪ੍ਰਮਾਤਮਾ ਦਾ ਹੁਕਮ ਹੈ, ਜਿਵੇਂ ਪ੍ਰਮਾਤਮਾ ਨੇ ਕਾਰ ਕਰਵਾਉਣੀ ਹੈ, ਉਹਨਾਂ ਟਾਈਮ ਉਸ ਅਕਾਲ ਪੁਰਖ ਵਾਹਿਗੁਰੂ ਅੱਲਾਹ ਤਾਲਾ ਦੀ ਵਡਿਆਈ ਰੂਪੀ ਬੰਦਗੀ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਇਸ ਮਨੁੱਖ ਨੂੰ ਸਮਝਾਉਣ ਦੇ ਲਈ ਫਰਮਾਨ ਕਰਦੇ ਨੇ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮਹਿਸਾਓ। ਜਿੰਨੀ ਦੇਰ ਤੱਕ ਤੇਰੇ ਸਵਾਸ ਚੱਲਦੇ ਆ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਿਆ ਕਰ। ਉਹਦੀ ਬੰਦਗੀ ਤੋਂ ਬਿਨਾਂ, ਅਰਾਧਨਾ ਤੋਂ ਬਿਨਾਂ ਤੇਰਾ ਇੱਕ ਇੱਕ ਸਵਾਸ ਬੇਅਰਥ ਜਾ ਰਿਹਾ ਹੈ।
ਕਿਸੇ ਲੇਖੇ ਵਿੱਚ ਨਹੀਂ ਪੈ ਰਿਹਾ। ਇਸ ਕਰਕੇ ਗੁਰੂ ਜੀ ਨੇ ਫਰਮਾਨ ਕੀਤਾ, ਸਾਸ ਸਾਸ ਸਿਮਰੋ ਗੋਬਿੰਦ। ਹੇ ਭਾਈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਧਰਤੀ ਸਾਜ ਕੇ ਮਾਲਕ ਬਣਨ ਵਾਲੇ ਗੋਬਿੰਦ ਨੂੰ, ਇਸ ਕੁਦਰਤ ਦੇ ਕਰਨਹਾਰੇ ਨੂੰ ਸਵਾਸ ਸਵਾਸ ਸਿਮਰੋ। ਮਹਾਰਾਜ ਨੇ ਲਿਖਿਆ, ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਜਿਹੜੇ ਮਨੁੱਖਾਂ ਨੂੰ ਸਵਾਸ ਸਵਾਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਚੇਤਾ ਆਉਂਦਾ ਹੈ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਅਸਲ ਵਿੱਚ ਉਹ ਪੂਰਨ ਸੰਤ ਹਨ ਤੇ ਕਲਯੁਗ ਦੇ ਸਮੇਂ ਵਿੱਚ ਧਨ ਨੇ, ਜਿਨ੍ਹਾਂ ਨੂੰ ਸਵਾਸ ਸਵਾਸ ਰੱਬ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਉਹਦੀ ਬੰਦਗੀ ਚੇਤੇ ਵਿੱਚ ਹੈ। ਔਰ ਸਵਾਸ ਸਵਾਸ ਪਰਮਾਤਮਾ ਨੂੰ ਸਿਮਰਨਾ, ਯਾਦ ਕਰਨਾ, ਇਹ ਭਲੇ ਪੁਰਸ਼ਾਂ ਦੀ ਇੱਕ ਨਿਸ਼ਾਨੀ ਹੈ। ਭਲੇ ਪੁਰਸ਼ਾਂ ਤੋਂ ਬਿਨਾਂ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਸਕਦਾ। ਔਰ ਇਹ ਵੀ ਚੇਤੇ ਰੱਖਿਓ, ਇਹ ਜਿਹੜੀ ਧਰਤੀ ਹੈ, ਇਹ ਖੜੀ ਹੀ ਧਰਮ ਦੇ ਆਸਰੇ ਹੈ। ਜੇ ਸੰਸਾਰ ਵਿੱਚੋਂ ਭਲੇ ਪੁਰਸ਼ ਖਤਮ ਹੋ ਜਾਣ, ਬੰਦਗੀ ਵਾਲੀਆਂ ਰੂਹਾਂ ਖਤਮ ਹੋ ਜਾਣ, ਤਾਂ ਇਹ ਧਰਤੀ ਵੀ ਡਾਵਾਂਡੋਲ ਹੋ ਜਾਵੇ। ਜਪਜੀ ਸਾਹਿਬ ਦਾ ਪਾਠ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਮਹਾਰਾਜ ਕਹਿੰਦੇ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਆ ਜਿਹੜੀ ਧਰਤੀ ਪ੍ਰਮਾਤਮਾ ਨੇ ਥਾਪ ਕੇ ਰੱਖੀ ਹੋਈ ਹੈ, ਇਹ ਮਹਾਰਾਜ ਕਹਿੰਦੇ ਦਇਆ, ਦਇਆ ਦਾ ਪੁੱਤਰ ਧੌਲ ਔਰ ਧਰਮ, ਇਹ ਧਰਮ ਦੇ ਆਸਰੇ ਖੜੀ ਹੈ। ਔਰ ਧਰਮ ਕਿੱਥੋਂ ਪੈਦਾ ਹੁੰਦਾ ਹੈ? ਜਿਹੜੇ ਦਇਆਵਾਨੀ ਲੋਕ ਨੇ। ਦਇਆਵਾਨ ਹੁੰਦਾ ਕੌਣ ਹੈ? ਜਿਹਦੇ ਚਿੱਤ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਜਿਹਦੀ ਯਾਦ ਵਿੱਚ ਬੰਦਗੀ ਹੈ। ਐਵੇਂ ਦਇਆਵਾਨੀ ਨਹੀਂ ਆਉਂਦੀ, ਕਿਉਂਕਿ ਹਰ ਇੱਕ ਚੀਜ਼ ਦਾ ਜਨਮ ਹੁੰਦਾ ਹੈ। ਜੇ ਬੰਦਾ ਆਖੇ ਵੀ ਮੈਂ ਤਾਂ ਧਰਮੀ ਆ, ਦਾਨ ਪੁੰਨ ਬਹੁਤ ਕਰਦਾ, ਅੰਦਰ ਦਇਆ ਹੈ ਨਹੀਂ, ਬਾਹਰੋਂ ਬਾਹਰੋਂ ਦਿਖਾਵਾ ਕਰੇ ਦਾਨ ਪੁੰਨ ਕਰਨ ਦਾ, ਤੇ ਫਿਰ ਮਹਾਰਾਜ ਕਹਿੰਦੇ, ਭਾਈ ਇਹ ਕਿਵੇਂ ਹੋ ਸਕਦਾ ਵੀ ਮਾਂ ਤੋਂ ਬਿਨਾਂ ਬੱਚੇ ਦਾ ਜਨਮ ਹੋ ਜਾਏ? ਕਦੇ ਦੇਖਿਆ ਦੁਨੀਆ ਵਿੱਚ ਐਸਾ ਵੀ ਮਾਂ ਤੋਂ ਬਿਨਾਂ ਬੱਚਾ ਜਨਮ ਲੈ ਸਕੇ? ਹੁਣ ਧਰਮ ਤਾਂ ਪੁੱਤਰ ਹੀ ਦਇਆ ਦਾ ਹੈ। ਜੇ ਤੇਰੇ ਵਿੱਚ ਦਇਆ ਨਹੀਂ ਤਾਂ ਧਰਮ ਕਦੇ ਵੀ ਨਹੀਂ ਹੋ ਸਕਦਾ। ਤੂੰ ਧਰਮੀ ਨਹੀਂ ਹੋ ਸਕਦਾ, ਫਿਰ ਪਖੰਡੀ ਹੈ, ਢੋਂਗੀ ਹੈ। ਇਸ ਕਰਕੇ ਧੌਲ ਧਰਮ ਦਇਆ ਕਾ ਪੂਤ, ਜਿਹਦੇ ਆਸਰੇ ਧਰਤੀ ਖੜੀ ਹੈ। ਜੇ ਧਰਮੀ ਬੰਦੇ, ਬੰਦਗੀ ਵਾਲੇ ਬੰਦੇ ਦੁਨੀਆ ਵਿੱਚੋਂ ਚਲੇ ਜਾਣ, ਤਾਂ ਚੇਤੇ ਰੱਖਿਓ ਇਹ ਧਰਤੀ ਡਾਵਾਂਡੋਲ ਹੋ ਜਾਵੇਗੀ। ਜਿਹਨੂੰ ਆਪਾਂ ਕਹਿੰਦੇ ਆ ਭੁਚਾਲ ਆ ਗਿਆ, ਇਹ ਭੁਚਾਲ ਐਵੇਂ ਨਹੀਂ ਆਉਂਦੇ। ਇਹ ਆਉਂਦੇ ਹੀ ਉਦੋਂ ਨੇ ਜਦੋਂ ਪ੍ਰਮਾਤਮਾ ਦੀ ਬੰਦਗੀ ਅਰਾਧਨਾ ਘਟ ਜਾਂਦੀ ਹੈ, ਪਾਪ ਵਿਕਾਰ ਦੁਨੀਆ ਤੇ ਵੱਧ ਜਾਂਦਾ ਹੈ। ਉਦੋਂ ਫਿਰ ਧਰਤੀ ਡੋਲਣੀ ਸ਼ੁਰੂ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਦਿਨ ਚੱਲ ਰਹੇ ਨੇ। ਜਦੋਂ ਧਰਤੀ ਡਾਵਾਂਡੋਲ ਹੋਈ ਸੀ, ਪਾਪ ਵਧੇ ਸੀ, ਵਹਿਮਾਂ ਭਰਮਾਂ ਦੀ ਧੁੰਦ ਵਿੱਟੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਧ ਗਈ ਸੀ, ਔਰ ਹਰ ਇੱਕ ਇਨਸਾਨ ਨੂੰ ਕੀੜੇ ਮਕੌੜੇ ਸਮਝਿਆ ਜਾਣ ਲੱਗਾ ਸੀ। ਕੇਵਲ ਗਿਣਤੀ ਦੇ ਲੋਕ ਆਪਣੇ ਆਪ ਨੂੰ ਮਨੁੱਖ ਗਿਣਦੇ ਸੀ ਵੀ ਅਸੀਂ ਬਾਦਸ਼ਾਹ ਰਾਜੇ ਹਾਂ, ਸਾਡੇ ਬਿਨਾਂ ਕੋਈ ਦੁਨੀਆ ਵਿੱਚ ਹੈ ਨਹੀਂ।
ਜਦੋਂ ਕ੍ਰਿਤੀਆਂ ਵਧੀਆਂ, ਧਰਮ ਦਾ ਖਾਤਮਾ ਹੋਇਆ, ਸੱਚ ਦਾ ਕਾਲ ਪਿਆ, ਕੂੜ ਨੇ ਵਰਤਾਰਾ ਕੀਤਾ, ਜਦੋਂ ਲੋਕ ਵਾਅਦੇ ਕਰਕੇ ਮੁਕਰਨ ਲੱਗ ਪਏ, ਟੱਚ ਕਰਕੇ ਜਾਣਦੇ ਸੀ, ਫਿਰ ਉਸ ਵੇਲੇ ਧਰਤੀ ਡੋਲਣੀ ਸ਼ੁਰੂ ਹੋ ਗਈ। ਜਦੋਂ ਧਰਤੀ ਡੋਲੀ, ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਅਰਦਾਸ ਕਰੀ ਮੇਦਨੀ ਨੇ ਧਰਤੀ ਨੇ, ਪਰਮਾਤਮਾ ਅੱਗੇ ਪੁਕਾਰ ਕੀਤੀ ਫਿਰ ਇਸ ਧਰਤੀ ਨੇ, ਹੇ ਪਰਮਾਤਮਾ ਤੂੰ ਮੈਨੂੰ ਸਾਜਿਆ, ਪਰ ਅੱਜ ਮੇਰੀ ਹਿੱਕ ਉੱਤੇ ਬੜਾ ਅਨਿਆਏ ਹੋ ਰਿਹਾ ਹੈ ਤੇ ਮੈਂ ਇਹ ਭਾਰ ਸਹਿਣ ਨਹੀਂ ਕਰ ਸਕਦੀ। ਅੱਜ ਅਕਿਰਤ ਘਣ ਲੋਕਾਂ ਨੇ ਮੈਨੂੰ ਖਤਮ ਕਰ ਛੱਡਿਆ ਹੈ। ਜੇ ਤੂੰ ਰਕਸ਼ਾ ਕਰ ਸਕਦਾ ਹੈ ਤੇ ਕਿਰਪਾ ਕਰ, ਅਕਿਰਤ ਘਣਾ ਦਾ ਖਾਤਮਾ ਕਰ, ਨਹੀਂ ਤਾਂ ਫਿਰ ਮੈਂ ਡੋਲ ਜਾਣ ਲੱਗੀ। ਇਹ ਐਵੇਂ ਨਹੀਂ ਭੁਚਾਲ ਆਉਂਦੇ। ਜਦੋਂ ਸੰਸਾਰ ਵਿੱਚ ਪਾਪ ਵੱਧਦਾ ਹੈ, ਧਰਮ ਵੱਧ ਜਾਂਦਾ ਹੈ, ਧਰਮ ਘਟ ਜਾਂਦਾ ਹੈ, ਉਸ ਵੇਲੇ ਸੰਸਾਰ ਵਿੱਚੋਂ ਧਰਤੀ ਡੋਲਣੀ ਸ਼ੁਰੂ ਹੋ ਜਾਂਦੀ। ਆਪਾਂ ਕਹਿੰਦੇ ਫਲਾਣੀ ਥਾਂ ਧਰਤੀ ਫਟ ਗਈ, ਕਦੇ ਪਹਿਲਾਂ ਸੁਣਿਆ ਸੀ ਵੀ ਏਦਾਂ ਹੁੰਦਾ ਹੈ। ਪਰ ਜਿਉਂ-ਜਿਉਂ ਜਿੱਥੇ-ਜਿੱਥੇ ਪਾਪ ਕੁਕਰਮ ਵੱਧਦੇ ਨੇ, ਉੱਥੇ-ਉੱਥੇ ਇਦਾਂ ਦੇ ਹਾਲਾਤ ਪੈਦਾ ਹੁੰਦੇ ਨੇ। ਫਲਾਣੀ ਥਾਂ ਤੇ ਜੀ ਕਾਲ ਪੈ ਗਿਆ, ਕਿਉਂ ਪੈ ਗਿਆ? ਕਿਉਂਕਿ ਪਾਪ ਵੱਧ ਗਿਆ। ਉੱਥੋਂ ਦੀ ਧਰਤੀ ਮਾਂ ਦੁਖੀ ਹੈ, ਉੱਥੋਂ ਦੇ ਜੀਵ, ਉੱਥੋਂ ਦੇ ਮਨੁੱਖ ਲੋਕ ਧਰਤੀ ਨੂੰ ਵੀ ਟੱਚ ਜਾਣਦੇ ਨੇ, ਪਰਮਾਤਮਾ ਦਾ ਨਾਮੋ ਨਿਸ਼ਾਨ ਕਿਸੇ ਦੇ ਨੇੜੇ ਨਹੀਂ। ਇਸ ਕਰਕੇ ਗੁਰੂ ਜੀ ਬਾਣੀ ਦੇ ਦੁਆਰਾ ਹਰ ਇੱਕ ਮਨੁੱਖ ਨੂੰ ਸਮਝਾਉਣਾ ਕਰਦੇ ਨੇ, ਆ ਬੰਦੇ, ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਧਰਤੀ ਭਾਰ ਨਾ ਵਿਆਪਈ ਉਨਕੋ ਲਾਹੋ ਲਾਹੇ। ਐ ਬੰਦਿਆ, ਜਿਹੜੀ ਧਰਤੀ ਤੇ ਬੈਠ ਕੇ ਮਾਣ ਹੰਕਾਰ ਕਰਦਾ ਹੈ, ਇਹ ਧਰਤੀ ਤੇਰੀ ਆਪਣੀ ਨਹੀਂ ਹੈ, ਔਰ ਨਾ ਹੀ ਤੇਰੇ ਪਿਓ ਦੀ ਸੀ, ਨਾ ਤੇਰੇ ਦਾਦੇ ਪੜਦਾਦਿਆਂ ਦੀ ਸੀ। ਇਹ ਧਰਤੀ ਸਾਧੂ ਦੀ ਹੈ। ਇਹ ਧਰਤੀ ਕਿਹਨਾਂ ਦੀ ਹੈ? ਕਬੀਰ ਧਰਤੀ ਸਾਧ ਕੀ। ਸਾਧ ਕੌਣ ਹੈ? ਜਿਹਨੇ ਸਾਧ ਲਿਆ ਪਰਮਾਤਮਾ ਦੀ ਆਰਾਧਨਾ ਕਰਕੇ, ਬੰਦਗੀ ਕਰਕੇ। ਇਹ ਧਰਤੀ ਬੰਦਗੀ ਕਰਨ ਵਾਲਿਆਂ ਦੀ ਹੈ, ਤਪੱਸਿਆ ਕਰਨ ਵਾਲਿਆਂ ਦੀ। ਔਰ ਤਸਕਰ ਵੈਸੇ ਗਾਹੇ, ਮਹਾਰਾਜ ਕਹਿੰਦੇ ਚੋਰ ਲੋਕ ਇਸ ਧਰਤੀ ਨੂੰ ਗਾ ਰਹੇ ਨੇ, ਇਸ ਧਰਤੀ ਦਾ ਲਾਹਾ ਲੈ ਰਹੇ ਨੇ। ਤੂੰ ਤਾਂ ਚੋਰ ਹੈ, ਤੇ ਜੇ ਕਿਤੇ ਬੰਦਗੀ ਕਰੇ, ਰੱਬ ਦੀ ਆਰਾਧਨਾ ਕਰੇ, ਤਾਂ ਮਹਾਰਾਜ ਤੈਨੂੰ ਚੋਰ ਨਾ ਆਖਣ, ਫਿਰ ਇਸ ਧਰਤੀ ਵਿੱਚ ਤੇਰਾ ਵੀ ਹਿੱਸਾ ਹੋਵੇ। ਇਸ ਕਰਕੇ ਆਓ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਦੇ ਲਈ ਕੁਝ ਸਮਾਂ, ਜਿਹਨੂੰ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਰਜ਼ਾਦਾ ਦੇ ਅਧੀਨ ਅੰਮ੍ਰਿਤ ਵੇਲਾ ਆਖਿਆ ਹੈ, ਇਸ ਸਮੇਂ ਨੂੰ ਸੰਭਾਲਣ ਦਾ ਯਤਨ ਕਰੀਏ। ਭਾਵੇਂ ਕਿ ਸਾਨੂੰ ਬੜੇ ਰੰਝੇਵੇ ਨੇ, ਹਰ ਇੱਕ ਮਨੁੱਖ ਦੀ ਜ਼ਿੰਦਗੀ ਬੜੀ ਰੰਝੇਵਿਆਂ ਭਰੀ ਹੈ, ਬਹੁਤ ਬਿਜੀ ਲਾਈਫ ਹੈ ਮਨੁੱਖ ਦੀ। ਅਜੋਕਾ ਸਮਾਂ ਸੰਸਾਰ ਦੇ ਕੰਮਾਂ ਦਾ ਬੜੀ ਤੇਜ਼ੀ ਦਾ ਹੈ। ਹਰ ਇੱਕ ਨੂੰ ਸਵੇਰੇ ਸਵੇਰੇ ਉੱਠ ਕੇ ਹਨੇਰਾ ਹੋਣ ਤੱਕ ਸਾਰਾ ਦਿਨ ਸੰਸਾਰ ਦੇ ਧੰਦੇ ਵਿੱਚ ਖਚਤ ਰਹਿਣਾ ਪੈਂਦਾ ਹੈ। ਕੰਮ ਕਰਨੇ ਜ਼ਰੂਰ ਪੈਂਦੇ ਨੇ, ਪਰ ਚੇਤੇ ਰੱਖਿਓ, ਜਿੱਥੇ ਸੰਸਾਰ ਦੇ ਕੰਮ ਕਰਨੇ ਜ਼ਰੂਰੀ ਨੇ, ਉੱਥੇ ਜਿਹੜਾ ਕੰਮ ਕਰਨ ਲਈ ਕਰਤਾਰ ਨੇ ਭੇਜਿਆ, ਫਿਰ ਉਹ ਕੰਮ ਕਰਨੇ ਵੀ ਜ਼ਰੂਰੀ ਨੇ। ਇੱਕ ਕੰਮ ਕਰਦੇ ਕਰਦੇ ਦੂਸਰਾ ਕੰਮ ਨਾ ਭੁੱਲੀਏ। ਕੇਵਲ ਸੰਸਾਰ ਬਣਾਵਾਂ ਕਮਾਵਾਂ ਦੀ ਦੌੜ ਵਿੱਚ ਰਹਿ ਨਾ ਜਾਈਏ ਕਿਤੇ, ਸਮੇਂ ਦੇ ਨਾਲ ਮਿਲ ਕੇ ਚੱਲੀਏ। ਹਰ ਇੱਕ ਚੀਜ਼ ਦੇ ਦੋ ਪਹਿਲੂ ਨੇ। ਜੇ ਸੰਸਾਰ ਹੈ ਤੇ ਸੰਸਾਰ ਨੂੰ ਕਰਨ ਵਾਲਾ ਵੀ ਕਰਤਾਰ ਹੈ। ਉਸ ਕਰਤੇ ਕੀਆਂ ਬਾਤਾਂ ਵੀ ਜ਼ਰੂਰ ਕਰਨੀਆਂ ਨੇ, ਉਹਦੀ ਆਰਾਧਨਾ ਵਿੱਚ ਵੀ ਜ਼ਰੂਰ ਜੁੜਨਾ ਹੈ, ਸੰਸਾਰ ਦੀ ਕਾਰ ਵੀ ਕਰਨੀ ਹੈ। ਬੈਲੈਂਸ ਤੁਸੀਂ ਆਪ ਬਣਾਉਣਾ ਹੈ, ਕਿਸ ਤਰੀਕੇ ਨਾਲ ਰੱਬ ਨੂੰ ਚੇਤੇ ਕਰ ਸਕਦੇ ਹਾਂ, ਇਹ ਮਨੁੱਖ ਦੇ ਹੱਥ ਵੱਸ ਹੈ। ਤੇ ਗੁਰੂ ਜੀ ਨੇ ਸਾਨੂੰ ਸਿਖਾਉਣ ਤੇ ਸੌਖਾ ਤਰੀਕਾ ਦਿੱਤਾ ਅੰਮ੍ਰਿਤ ਵੇਲੇ ਦਾ। ਇਸ ਕਰਕੇ ਜਿਹੜੇ ਜਿਹੜੇ ਜੀਵ
ਅੰਮ੍ਰਿਤ ਵੇਲਾ ਸੰਭਾਲਦੇ ਨੇ, ਉਹਨਾਂ ਦੀ ਬੰਦਗੀ ਬਹੁਤ ਛੇਤੀ ਪਰਮਾਤਮਾ ਪ੍ਰਵਾਨ ਕਰਦਾ ਹੈ। ਕਿਉਂਕਿ ਉਹ ਟਾਈਮ ਹੈ ਜਿਹੜੇ ਟਾਈਮ ਇਨਸਾਨ ਬਿਲਕੁਲ ਸਾਫ ਸੁਥਰਾ ਹੁੰਦਾ ਹੈ, ਸੌਂ ਕੇ ਸਰੀਰ ਫਰੈਸ਼ ਹੋਇਆ ਹੁੰਦਾ ਹੈ, ਸਾਰੇ ਦਿਨ ਦੀਆਂ ਟੈਨਸ਼ਨਾਂ ਸੋਚਾਂ ਘਟੀਆਂ ਹੋਈਆਂ ਹੁੰਦੀਆਂ ਨੇ, ਬਹੁਤ 50-60% ਤੱਕ ਇਹਦੀਆਂ ਫਿਕਰਾਂ ਨੇ ਜਿਹੜੀਆਂ ਉਹ ਲਈਆਂ ਹੋਈਆਂ ਹੁੰਦੀਆਂ ਨੇ। ਜਿਉਂ-ਜਿਉਂ ਦਿਨ ਚੜ੍ਹਦਾ ਜਾਂਦਾ ਹੈ ਤਿਉਂ-ਤਿਉਂ ਫਿਕਰਾਂ ਸੋਚਾਂ ਵੱਧਦੀਆਂ ਜਾਂਦੀਆਂ ਨੇ, ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਇਸ ਕਰਕੇ ਆ ਜਿਹੜਾ ਟਾਈਮ ਹੈ ਇਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਜਲਦੀ ਪਾਉਣ ਦਾ ਤੇ ਹਿਰਦੇ ਵਿੱਚ ਟਿਕਾ ਬਣਾਉਣ ਦਾ ਇਹ ਸੰਘਾ ਸਮਾਂ ਹੈ। ਇਸ ਕਰਕੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਨੇ, ਭਾਈ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਹ ਸਤਿਗੁਰੂ ਜੀ ਨੇ ਸਪਸ਼ਟ ਲਿਖਿਆ ਹੈ, ਜਦੋਂ ਤੁਸੀਂ ਰੱਬ ਨੂੰ ਚੇਤੇ ਕਰੋਗੇ ਤੁਹਾਡੇ ਅੰਦਰੋਂ ਚਿੰਤਾ ਆਪਣੇ ਆਪ ਖਤਮ ਹੋਵੇਗੀ। ਮਨ ਅੰਤਰ ਕੀ ਉਤਰੈ ਚਿੰਦ, ਚਿੰਦ ਕਹਿੰਦੇ ਨੇ ਚਿੰਤਾ ਨੂੰ, ਤੁਹਾਡੇ ਅੰਦਰ ਦੀ ਚਿੰਤਾ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਸਾਫ਼ ਕਰ ਦੇਣੀ ਹੈ, ਚਿੰਤਾ ਲਾ ਦੇਣੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਿਸ ਦੇ ਬਣਾਏ ਹੋਏ ਜੀਵਾਂ, ਉਸ ਪਰਮਾਤਮਾ ਨੂੰ ਚਿੰਤਾ ਹੈ। ਬੰਦੇ ਤੂੰ ਚਿੰਤਾ ਕਿਉਂ ਕਰਦਾ ਹੈ? ਤੂੰ ਪਰਮਾਤਮਾ ਦਾ ਚਿੰਤਨ ਕਰ, ਤੇਰੀ ਚਿੰਤਾ ਪ੍ਰਮਾਤਮਾ ਕਰੇਗਾ, ਤੇਰੇ ਕਾਰਜ ਉਹ ਸਵਾਰੇਗਾ। ਔਰ ਇਹ ਅਣਕਥਨੀ ਦੀਆਂ ਗੱਲਾਂ ਨਹੀਂ ਵੀ ਐਵੇਂ ਹੀ ਆਪਾਂ ਕਹਿਤੇ ਤੇ ਸੁਣ ਕੇ ਗੱਲ ਨਿਬੜ ਗਈ। ਉਹ ਪ੍ਰਮਾਤਮਾ ਕਾਰਜ ਸਵਾਰਦਾ ਹੈ, ਜਿਨ੍ਹਾਂ ਦੇ ਸਵਾਰੇ ਨੇ ਉਹਨਾਂ ਦਾ ਇਤਿਹਾਸ ਬੋਲਦਾ ਹੈ, ਉਹਨਾਂ ਦੀ ਬਾਣੀ ਬੋਲਦੀ ਹੈ। ਤੂੰ ਇੱਕ ਵਾਰੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇ ਸਰਦਾ ਟੇਕ ਭਰੋਸਾ ਰੱਖ ਕੇ ਚੇਤੇ ਤਾਂ ਕਰ ਪਰਮਾਤਮਾ ਨੂੰ। ਧਰ ਜੀਅੜੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ। ਤੇਰੇ ਕਾਰਜ ਰਾਸ ਆਉਣਗੇ, ਬਸ ਤੂੰ ਪਰਮਾਤਮਾ ਤੇ ਯਕੀਨ ਬਣਾ, ਭਰੋਸਾ ਬਣਾ। ਇੱਕ ਦਿਨ ਜਪਿਆ ਹੋਇਆ ਨਾਮ, ਤੇਰੀ ਕੀਤੀ ਹੋਈ ਮਿਹਨਤ ਰੰਗ ਜ਼ਰੂਰ ਲੈ ਕੇ ਆਵੇਗੀ। ਭਾਈ ਜੇਠੇ ਨੇ ਮਨ ਵਾਰ ਕੇ ਨਿਸਕਾਮ ਹੋ ਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ। ਸੇਵਾ ਕਰਦਿਆਂ ਕਰਦਿਆਂ ਆਪ ਨਾਲ ਆਪਣਾ ਕੰਮ, ਘੁੰਗਣੀਆਂ ਵੇਚਣੀਆਂ, ਕੰਮ ਵੀ ਕਰਨਾ ਤੇ ਗੁਰੂ ਘਰ ਵਿੱਚ ਟੋਕਰੀਆਂ ਵੀ ਢੋਣੀਆਂ, ਨਾਮ ਵੀ ਜਪਣਾ। ਤੇ ਚੇਤੇ ਰੱਖਿਓ, ਇੱਕ ਦਿਨ ਜਪਿਆ ਹੋਇਆ ਨਾਮ ਇੰਨਾ ਕਾਰਗਰ ਹੋਇਆ ਕਿ ਭਾਈ ਜੇਠੇ ਨੂੰ ਗੁਰੂ ਨਾਨਕ ਦੇ ਦਰ ਦਾ ਰਾਮਦਾਸ ਗੁਰੂ ਬਣਾ ਦਿੱਤਾ। ਬੈਠਾ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਕਹਾਵੈ, ਫਿਰ ਉਹ ਦਿਨ ਆਏ। ਇਤਿਹਾਸ ਹੈ ਸਾਡਾ। ਇੱਥੇ ਜਿਹੜਾ ਜਿਹੜਾ ਨੀਵਾਂ ਹੋ ਕੇ ਆਇਆ ਤੇ ਸਤਿਗੁਰੂ ਕਹਿੰਦੇ ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮਦਾਸ। ਇੱਥੇ ਤਾਂ ਅੰਮ੍ਰਿਤ ਦੇ ਭੰਡਾਰੇ ਭਰੇ ਨੇ। ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ। ਇੱਥੇ ਤਾਂ ਲੁੱਟਣ ਦਾ ਤਰੀਕਾ ਚਾਹੀਦਾ। ਠੱਗੀ ਨਾਲ ਨਹੀਂ ਲੁੱਟਿਆ ਜਾ ਸਕਦਾ, ਠੱਗੀਆਂ ਬਹੁਤੀਆਂ ਦੇਰ ਨਹੀਂ ਚੱਲਦੀਆਂ। ਜੇ ਪਿਆਰ ਨਾਲ ਲੁੱਟਿਆ ਜਾਵੇ ਤੇ ਬੰਦਾ ਸਾਰਾ ਕੁਝ ਵਾਰ ਦਿੰਦਾ ਹੈ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਠੱਗੀ ਨਾਲ ਨਹੀਂ ਮਿਲਦਾ ਵੀ ਮੈਂ ਠੱਗੀ ਮਨ ਵਿੱਚ ਸੋਚ ਰੱਖ ਕੇ ਨਾਮ ਕਮਾ ਲਵਾਂ। ਠੱਗੀਆਂ ਨਾਲ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਨਹੀਂ ਮਿਲਦੀਆਂ, ਕਿਉਂਕਿ ਭਲੇ ਬੁਰੇ ਕੀ ਪੀਰ ਪਛਾਣਤ। ਉਹ ਜਾਣਦਾ ਤੇਰੇ ਮਨ ਦੀਆਂ ਖਿਆਲਾਂ ਨੂੰ, ਅੰਦਰ ਦੀਆਂ ਬਾਤਾਂ ਨੂੰ ਜਾਣਦਾ ਹੈ। ਇਸ ਕਰਕੇ ਗੁਰੂ ਨਾਨਕ ਦੇ ਸ਼ਬਦ ਨਾਲ ਪਿਆਰ ਕਰ, ਸਰਦਾ ਬਣਾ, ਵਿਸ਼ਵਾਸ ਰੱਖ ਤੇ ਆਰਾਧਨਾ ਕਰ। ਇੱਕ ਦਿਨ ਤੇਰੇ ਕਾਰਜ ਆਪਣੇ ਆਪ ਰਾਸ ਆਉਣਗੇ। ਉਹੋ ਹੀ ਲੋਕ ਪੂਰਨ ਸੰਤ ਬਣਦੇ ਨੇ। ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ। ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਉਹਨਾਂ ਦੀ ਬਾਬਤ ਹੀ ਮਹਾਰਾਜ ਨੇ ਪੂਰਨ ਸੰਤ ਦਾ ਸ਼ਬਦ ਲਗਾਇਆ ਹੈ। ਜਿਹੜੇ ਲੋਕ ਸਵਾਸ ਸਵਾਸ ਪ੍ਰਮਾਤਮਾ ਦੀ ਆਰਾਧਨਾ ਕਰਦੇ ਨੇ। ਜਪਣਾ ਬੜਾ ਔਖਾ ਹੈ,
पर जेड़े मनुख जप जाते ने वो संसार भवजल विचों पार हो जाया करते ने, कुछ रुतबा पा लिया करते हैं। इस करके आओ आपां सब रल मिल के यतन करिए, जिन्ना क टाइम जपिया जा सकता है जपण का यतन करिए। सारा दिन नहीं जपिया जाता, कुछ समा घंटा, आधा घंटा, 2 घंटे, 4 घंटे। बच्चा पहली क्लास विच जाता है तो यह थोड़ा भी पहले दिन ही दूजे दिन ही, नहीं नहीं, साल लंघ जाता है, फिर किते ऊड़े ऐड़े की समझ लगती है, ABC की समझ लगती है, फिर साल लगता है, कुछ शब्द जोड़न लग जाता है, साल लगता है, फिर शब्द अपने आप बोलन लग जाता है। पढ़ा दर पढ़ा चढ़द्या फिर दूरों ही देख के पढ़न लग जाता भी फलानी थां ते आ कुछ लिखिया पिया है। कई बार पढ़दा पढ़दा इन्ना क दिमाग तेज हो जाता है कि वो बच्चा खुद लिखारी बन जाता है, ते कई कई कवितावां लिख दिंदा है, कई कई ग्रंथां नूं लिख दिंदा है, लिखारी बन जाता है। एक दिन दे विच गल नहीं बनती, मेहनत करनी पैनी है, नाम जपना पैना है, आराधना ते करनी पैनी है, आराधना करदियां करदियां ही किते जाके गल बननी है। जो कर्म गुरु जी ने सानू सिद्धांत दिता है वह निता प्रति रोज करना पैना है। खाना रिजक रोटी रोज खाने ना तां शरीर चलता है, जे रोटी एक दिन खा ली तो फिर की हुण महीना खांदा ही नहीं, फिर ये थोड़ा भी अगले महीने मंजे च उठांगे, नहीं नहीं। ऐसे तरह नाम का अभ्यास भी, परमात्मा की बंदगी भी सानू निता प्रति करनी पैनी है, रोज करनी पैनी है। शुरुआत 10 मिनट 20 मिनट अद्धा घंटा 2 घंटे तो करो, फिर हौली 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 लगन लगती लगती आपे ही लग जाएगी। साथ साथ सिमरो गोविंद वाली बात फिर एक दिन अपने आप आ जाएगी। जिन्हों गुरु नानक देव जी कहते ने एक दू जीपो लख होए, लख होवे लख बीस। ये अवस्था अपने आप बननी है, पर शुरुआत पहली क्लास तो ही करनी पैनी है। इस करके आओ सब रल मिल के गुरु शब्द तो ज्ञान लीए, मन समझावन कारने कसुअक पढ़िए ज्ञान। गुरु ग्रंथ साहिब महाराज जी सानू की उपदेश करते ने, अज का हुक्मनामा साहिब गुरु जी ने सानू की बख्शिश किया है। हुक्मनामे के शब्दों की विचार हर रोज की तरह सब रल मिल के करिए। ऐसे तरह एकाग्रता बनाई रखो, प्यार नाल आखो जी सतनाम श्री वाहेगुरु। वाहेगुरु जी सोही महला पहला। अज दे हुक्मनामे साहिब 729 अंग ते सोही राग विच पहले पातशाह गुरु नानक देव महाराज जी इस शब्द नूं उचारना करते ने। जिन को भांडै भाओ तिना सवार सी। गुरु नानक देव महाराज जी ने शब्द की पहले ही तुक विच उचारण किया, जिन को भांडै भाओ। भाओ का भाव हुंदा प्यार। हुण भांडा की है? हिरदा, चित्त कह लो, दिल कह लो, दिमाग कह लो। सतगुरु जी कहते जेड़े मनुखा का हिरदा रूपी भांडा ते भांडे विच प्यार है, तिना सवार सी। कहते परमात्मा उन्हां दा जीवन रूपी भांडा सवारदा है, उन्हां दा कारज सवारदा है। जेड़े लोग परमात्मा काल पुरख वाहिगुरु दे नाल प्यार करते ने हिरदे रूपी भांडे विचों, जिन्हां दे मन विच प्यार है, जिन्हां दे दिल विच आस्था है, सरदा है, जिनको भांडा भाओ, जिन्हां दे भांडे विच प्यार है, तिन्ना सवार सी। परमात्मा काल पुरख वाहिगुरु उन्हां दा जीवन सवारदा है। सुखी करै पसाओ
दुख विसार सी। और परमात्मा फिर इन्नी बरकत देता है, सुखी करे पसाओ। उन्हों का जिन्ना भी पसारा होंदा है, परिवार, नगर खेड़ा, गलियां, रिश्तेदार, जिथों तक उन्होंने लैना देना होंदा है, पसारा होंदा है, जिथों तक उन्होंने पसाओ होंदा है, जिथों तक उन्होंने पैर होंदे ने, महाराज कहते दुख विसार सी। फिर वो सारियां दे दुखां नूं परमात्मा दूर कर दिंदा है। ये कहण दियां गल्लां नहीं, महाराज ने बाणी विच लिखिया, प्रहलाद जन के इक्की कुल उधारे। प्रहलाद भगत दे परमात्मा ने इक्की कुल उधारे ने, इक्की कुल्लां नूं मुक्ति दित्ती है। ये तां गुरु जी साडे सामने रखते हैं, क्योंकि परमात्मा का सुभाव है भी आप जिहड़ा बंदा जपदा है, आप तरै सगले कुल तारै। वो आप तो तरदा ही है, अपने नाल अपनियां कुलां नूं भी तार के लै जांदा है। इत्थे भी गुरु नानक साहब जी कहते हैं, भाई जिन्हां मनुखां दे हिरदे रूपी भांडे विच परमात्मा दे प्रति प्यार है, उन्हां दी जिंदगी दा कारज तां सबर दा ही है। नाल मारे कहते सुखी करे बसाओ, नाल अपने नाल दियां नूं, रिश्तेदार, साक संबंधियां, आंढियां गवांढियां नूं भी सुखी कर लैंदा है। और दुख विसार सी, कहते सारियां दे दुख दूर हो जाते ने। सहसा मूले नाहे सर पर तार सी। सहसा मूले नाहे, वो अकाल पुरख वाहिगुरु एक पल का भी वसा नहीं खांदा, एक पल भी दूर नहीं हुंदा नाम जपण वाले तो, प्यार करने वाले तो। सहसा मूले नाहे, मूल जिन्ना भी, पल जिन्ना भी दूर नहीं हुंदा। सर पर तार सी, बंदे दे नाल खड़ के बंदे दे जीवन नूं तारदा है परमात्मा। जिवें कलगीधर पातशाह महाराज खदराने की धाव ते पहुंचते ने, देखते ने कि मेरे ही सिख ने और भाई महा सिंह दा सैकदा होया शरीर कलगीधर पातशाह नूं मिलदा है। थले बैठ के अपने पट ते भाई महा सिंह दा सिर रखते ने कलगीधर पातशाह। महा सिंह आ गए वापस, कहते हाँ महाराज कृपा करो बख्श दिओ, मैं समैल छोटी करके गल बोल रहा। भाई महा सिंह ने आख्या सतगुरु साडा बेदावा पाड़ दिओ, जिहड़ा असीं लिख के दे गए सी, साडा बेदावा पाड़ दिओ, टुट्टी गंढ दिओ। ते कलगीधर पातशाह महाराज ने वह बेदावा कमर कसे विचों कढ के पाड़िया भी। और भाई महा सिंह ने आख्या सतगुरु मेरे नाल दियां सचखंड गईयां रूहां दे लई दरवाजे बंद पए ने, जे तुसीं महाराज कृपा करो तां सचखंड दे दरवाजे खुल जाणगे। फिर कलगीधर पातशाह महाराज ने सिर ते हथ रखिया, महा सिंघा आ कागज का टुकड़ा जिहड़ा बेदावा तू लिखिया सी तेरे अखां दे सामने पाड़ दिता है, जा तेरे नाल बचना, जदों तू पहुंचेगा सचखंड दे दरवाजे तेरे लिए खुले होणगे। जनी गुरु साहब जी ने एक करके भी दिखाया। इत्थे भी महाराज गुरु नानक साहब जी लिखते ने, सर पर तार सी, ओ परमात्मा सिर ते पैर दे नाल खड़ के हर वेले साथ कढ़ के बंदे नूं तारना करदा है, जिहड़ा ओहदे नाल प्यार करदा है, जिहड़ा परमात्मा प्रति हिरदे विच सरधा रखदा है, उस बंदे दी हर वेले परमात्मा आप सहायता करदा है ते मरण तो बाद मोक्ष पदवी भी आप दिंदा है। तिन्ना मिलिया गुर आए जिनको लिखिया, पर नाल ये भी गुरु जी दसदे ने, तिन्ना मिलिया गुर आए, गुरु मिलदा उन्हां नूं है जिनको लिखिया, जिन्हां दे मस्तक उत्ते लिखिया होया हो। भाग तो बिना, शुभ कर्मां तो बिना, किस्मत तो बिना परमात्मा मिलदा नहीं। जिन्हां दी किस्मत होवे वड भागी हार संगत पावै, वड्डे भागां वाला गुरु दी संगत पाउंदा है। संगत तो बिना वो रब मिलदा कदे नहीं।
ਜਿਹੜੇ ਲੋਕ ਕਹਿੰਦੇ ਨੇ ਘਰੇ ਬੈਠ ਕੇ ਬੜਾ ਕੁਝ ਕਰਦੇ ਆ ਜੀ, ਘਰੇ ਬੈਠ ਕੇ ਤਾਂ ਭਾਈ ਸਾਰੇ ਹੀ ਕਰਦੇ ਨੇ, ਆਪੋ ਆਪਣੀ ਜਥਾ ਜੋਗ ਸਭ ਕਰਦੇ ਨੇ ਜਿੰਨਾ ਹੋ ਸਕਦਾ ਕਿਸੇ ਤੋਂ। ਜੇ ਘਰੇ ਬੈਠ ਕੇ ਹੀ ਸਭ ਕੁਝ ਕਰਨਾ ਹੁੰਦਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੂੰ 4 ਉਦਾਸੀਆਂ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾਣ ਦੀ ਲੋੜ ਨਹੀਂ ਸੀ। ਬਾਬੇ ਨੇ ਫਿਰ ਐਵੇਂ ਨਹੀਂ ਸੀ ਕਿਹਾ ਭਾਈ ਪਿੰਡ ਵਿੱਚ ਧਰਮਸ਼ਾਲਾ ਬਣਾਓ, ਦੋਵੇਂ ਟਾਈਮ परमात्मा की बंदगी करया करो, एवें नहीं सी बाबे ने आख्या। ये बचन भाई गुरदास जी करते ने, घर घर अंदर धर्मसाल हुआ कीर्तन सदा बसोआ। गुरु नानक देव महाराज ने एवें थोड़ा कहा सी पिंडां विच जाके भी गुरुद्वारा बनाओ ते उत्थे बैठ के नाम जपया करो। जे हर घर दे विच ही तुसीं कहंदे बैठ के ही उत्थे गल बन जांदी। गुरु नानक दा घर ये सिक्ख्या सिद्धांत दा केंद्र है, स्कूल है। स्कूल विच आके गुरु साहब तो साडे प्रिंसीपल साहिबान तो सिक्ख्या लैके फिर मर्यादा सीख के फिर घर जाके फिर असीं गुरु दे नाल जुड़ सकदे हां। जे कल्ले कहिए भी घरे बैठ के पढ़ लईए, मैं हमेशा बेनती करदा हुंदा घरे बैठ के ओपन विच जां ट्यूशन ते तुसीं जिन्ना मर्जी पढ़ लो, जिन्नी देर तक सरकारी मोहर नहीं लगती पढ़े लिखे का सर्टिफिकेट नहीं मिल सकता। स्कूल की मोहर लगेगी तो तुहानू लोग कहणगे भी बंदा पढ़िया लिखिया है। तुसीं घरे बैठ के जिन्ना मर्जी PhD कर लो, कोई नहीं कहता भी तुसीं पढ़े लिखे हो। जिन्नी देर तक गुरु नानक दे घर विच आके संगत विच नहीं जुड़ते, इत्थे सरदा नहीं बनाउंदे, उन्नी देर तक तुसीं जिन्ना मर्जी घरे बैठ के पढ़ो, नाम जपो। महाराज कहते भाई तेरी जिंदगी तो उहदे नाल सफल ही है, अखर जेड़े जपेगा वो बेअर्थ नहीं जाणगे, पर यह ना सोची भी बीजा मानसी ते निकलेगा 50 मन, फायदा नहीं तेरा होना। जिन्ना बीजिया उन्ना ही रहना है, इन्हें फलना संगत विच आके ही है, फल इत्थों लगना है। इस करके अज दे सब तो महाराज साडे हिरदे रूपी भांडे विच भाव प्रेम बना के गुरु नूं याद करन दी अवस्था बनाउण लई दस रहे ने। और इस पंक्ति विच कह रहे ने, जिन तिन्ना मिलिया गुर आए, रब मिलदा उन्हां नूं है जिनको लिखिया, जिन्हां दी किस्मत धुर दरगाहों लिखिया होया। जिन्हां नूं परमात्मा आप बुलाउणा चाहे ओहो ही लोग परमात्मा अकाल पुरख वाहिगुरू नूं मिलदे ने। चेते रखियो किते इह ना समझ लियो भी साडी किस्मत विच किहड़ा लिखिया सी तांजों दी गुरुद्वारे जांदे। उत्थे भी परमात्मा लिखण वाला है ते इस दुनिया विच भी परमात्मा लिखण वाला है। जे रब ने उत्थे नहीं लिखिया तां तुसीं इन्नी क मेहनत करो कि रब नूं इत्थे लिखना पै जाए, मजबूर हो जाए। साडा इतिहास बोलदा परमात्मा ने इत्थे भी लिखियां ने। जेड़े लोग मेहनत करते ने, यतन करते ने, अथाह प्यार करते ने, फिर परमात्मा नूं झुकना पै जांदा है। यह हकीकत है, क्योंकि परमात्मा बंदगी तपस्या दे वस विच है। गुरु ग्रंथ साहिब महाराज दे बोल ने, तू भगतां कै वस भगतां ताण तेरा। जदों असीं अणमिथे समय नाल रब नूं चेते करदे हां, फिर वो वस विच आ जांदा है, फिर उहनूं करना पैंदा है, लिखना पैंदा है, किस्मत बनाउणी पैंदी है। ये उहदी मजबूरी है, क्योंकि वह परमात्मा बंदगी दे वस विच है, भगतां दे वस विच है। इस करके आओ ये ना सोचो भी असीं गुरुद्वारे तांजों नहीं जाते भी साडी किहड़ा किस्मत विच लिखिया, साडी तां किस्मत माड़ी है। किस्मत बनाउणी बंदे दे हत्थ विच है। मैं हमेशा ही बेनती करदा, की पता तेरी मेहनत करन दे नाल ही किस्मत दा दरवाजा खुलना होवे। लिखिया तां पिया होवे पर तू घरों उठ के तुरदा नहीं ते रब तैनूं मिलदा नहीं, जिंदगी विच सुख आउंदे नहीं। की पता तू घरों तुरे ते तेरी किस्मत दा दरवाजा खुल जाए। कदे करके तां वेख, महीना 2 महीने, साल 2 साल आजमाइश तां प्रैक्टिकल करके तां देख भी दरवाजा खुलदा है कि नहीं खुलदा। मैं शुरुआती दे दिनां विच जदों आपां कथा शुरू कीती उदों बेनती करदा हुंदा सी, भाई 40 दिन तुसीं आके देखो, 2 महीने आके देखो, तीजे महीने तुहानूं अपने आप पता लगू, महसूस होऊगा भी पिछले टाइम नालों आ टाइम कुछ मेरा चंगा है, सुख दा साह आया है। फर्क जरूर देखण नूं मिलेगा।
ਇਹ ਚੀਜ਼ ਦਾ ਪ੍ਰੈਕਟੀਕਲ ਕਰਕੇ ਪਤਾ ਲੱਗਣਾ ਵੀ ਪਹਿਲਾਂ ਆਪਾਂ ਕੀ ਹੁੰਦੇ ਸੀ ਤੇ ਅੱਜ ਕੀ ਆ, ਕੱਲ ਕਿੱਥੇ ਖੜੇ ਸੀ, ਅੱਜ ਕਿੱਥੇ ਆ ਗਏ ਆ। ਭਾਵੇਂ ਕਿ ਰੋਜ਼ ਦੇ ਵਰਤਣ ਨਾਲ ਪਤਾ ਨਹੀਂ ਲੱਗਦਾ, ਪਰ ਜਦੋਂ ਸੋਚਾਂਗੇ ਸਮਝ ਜ਼ਰੂਰ ਲੱਗ ਜਾਵੇਗੀ, ਪਤਾ ਜ਼ਰੂਰ ਲੱਗ ਜਾਏਗਾ। ਇਸ ਕਰਕੇ ਕਿਸਮਤ ਕੀ ਪਤਾ ਲਿਖਿਆ ਪਿਆ ਹੋਵੇ ਪ੍ਰਮਾਤਮਾ ਨੇ, ਪਰ ਤੂੰ ਸੋਚੀ ਜਾ ਵੀ ਮੇਰੀ ਤਾਂ ਕਿਸਮਤ ਮਾੜੀ ਹੈ, ਕਿਸਮਤ ਮਾੜੀ ਹੈ, ਘਰੇ ਬੈਠਾ। ਖੈਰ ਰਹੋ ਵਿਚਾਰ ਸਮੇਂ ਦੇ ਅਨੁਕੂਲ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਮਿਲਾਉਣਾ ਹੈ, ਕਿਸਮਤ ਵਿੱਚ ਲਿਖਿਆ ਹੈ, ਉਹ ਲੋਕਾਂ ਦਾ ਹਿਰਦਾ ਰੂਪੀ ਭਾਂਡਾ ਸੁੱਧ ਹੁੰਦਾ ਹੈ। ਔਰ ਅੱਗੇ ਉਚਾਰਨ ਕਰਦੇ ਨੇ, ਅੰਮ੍ਰਿਤ ਹਰ ਕਾ ਨਾਮ ਦੇਵੈ ਦਿਖਿਆ। ਜਿਨ੍ਹਾਂ ਦੀ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਪਰਮਾਤਮਾ, ਅੰਮ੍ਰਿਤਮਈ ਨਾਮ ਪਰਮਾਤਮਾ ਦਾ, ਅੰਮ੍ਰਿਤ ਹਰ ਕਾ ਨਾਮ, ਕਿਉਂਕਿ ਪਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਬਾਣੀ ਹੀ ਨਿਰੰਕਾਰ ਹੈ ਤੇ ਨਿਰੰਕਾਰ ਹੀ ਬਾਣੀ ਹੈ। ਉਹ ਆਪ ਹੀ ਪਾਣੀ ਹੈ ਤੇ ਆਪ ਹੀ ਤਰਲ ਹੈ। ਹੁਣ ਹਵਾ ਵਿੱਚ ਪਾਣੀ ਦਿਸਦਾ ਨਹੀਂ, ਪਰ ਜੇ ਇਸੇ ਹਵਾ ਨੂੰ ਠੰਡੀ ਕਰ ਲਿਆ ਜਾਵੇ ਤਾਂ ਉਹਦੇ ਵਿੱਚੋਂ ਪਾਣੀ ਨੁਚੜ ਲੱਗ ਜਾਂਦਾ। ਜਿਵੇਂ ਆਪਾਂ ਕਹਿ ਲਓ ਏਸੀਆਂ ਦਾ ਪਾਣੀ ਨੁਚੜਦਾ ਹੈ ਨਾ, ਇਹ ਹਵਾ ਹੀ ਹੈ, ਹੋਰ ਪਾਣੀ ਤਾਂ ਨਹੀਂ ਏਸੀ 'ਚ ਕੋਈ ਪਾਉਂਦਾ। ਹਵਾ ਵਿੱਚ ਪਾਣੀ, ਆਪਾਂ ਕੱਪੜੇ ਸੁੱਕਣੇ ਪਾਉਂਦੇ ਆ ਤਾਂ ਉਹ ਪਾਣੀ ਕਿੱਥੇ ਚਲਾ ਜਾਂਦਾ ਹੈ, ਹਵਾ ਵਿੱਚ ਮਿਲ ਜਾਂਦਾ ਹੈ। ਪਾਣੀ ਪਾਣੀ ਵਿੱਚ ਚਲਾ ਜਾਂਦਾ, ਤਰਲ ਬਣ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ, ਭਾਈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਨਾਮ ਹੈ ਤੇ ਆਪ ਹੀ ਬੈਠਾ ਵੇਖੈ ਵੱਖ ਅਕੇਲਾ, ਦੁਨੀਆ ਤੋਂ ਵੱਖਰਾ ਵੀ ਆਪ ਹੈ। ਉਹਦੇ ਸਵਰੂਪ ਨੇ, ਇੱਕ ਪਾਸੇ ਰੂਪ ਵਿੱਚ ਆ ਜਾਂਦਾ ਹੈ, ਇੱਕ ਪਾਸੇ ਸਭ ਰੂਪ ਹੋ ਜਾਂਦਾ ਹੈ। ਇਹ ਉਹਦੀ ਆਪਣੀ ਮੌਜ ਹੈ। ਅੰਮ੍ਰਿਤ ਹਰਿ ਕਾ ਨਾਉ ਦੇਵੈ ਦਿਖਿਆ। ਬੰਦਿਆ ਜੇ ਕਿਤੇ ਤੂੰ ਹਿਰਦੇ ਰੂਪੀ ਭਾਂਡੇ ਵਿੱਚ ਸਰਦਾ ਬਣਾ ਲੇ, ਉਹ ਫਿਰ ਤੈਨੂੰ ਦਿਖਿਆ ਦੱਖਣਾ ਦੇ ਰੂਪ ਚ, ਗਜਾ ਦੇ ਰੂਪ ਚ ਆਪਣਾ ਨਾਮ ਦੇ ਦਿੰਦਾ ਹੈ। ਚਾਲੇ ਸਤਿਗੁਰ ਭਾਏ ਭਵੇ ਨਾ ਭਿਖਿਆ। ਜਦੋਂ ਪ੍ਰਮਾਤਮਾ ਦਾ ਨਾਮ ਮਿਲ ਜਾਏ ਫਿਰ ਚਾਲੇ ਸਤਿਗੁਰ ਭਾਏ, ਫਿਰ ਬੰਦਾ ਪ੍ਰਮਾਤਮਾ ਦੇ ਭੈ ਵਿੱਚ ਚੱਲਦਾ। ਇੱਥੇ ਭਾਏ ਸ਼ਬਦ ਲਿਖਿਆ, ਚੇਤੇ ਰੱਖਣਾ। ਪਹਿਲਾਂ ਭਾਉ ਸੀ, ਭਾਉ ਦਾ ਭਾਵ ਹੁੰਦਾ ਪ੍ਰੇਮ, ਇੱਥੇ ਭਾਏ। ਜਦੋਂ ਰੱਬ ਦਾ ਨਾਮ ਮਿਲ ਜਾਏ ਫਿਰ ਬੰਦਾ ਸਤਿਗੁਰ ਦੇ ਭੈ ਵਿੱਚ ਚੱਲਦਾ ਹੈ। ਔਰ ਭਵੇ ਨਾ ਭਿਖਿਆ, ਫਿਰ ਉਸ ਬੰਦੇ ਨੂੰ ਭਵਜਲ ਦੇ ਵਿੱਚ, ਸੰਸਾਰ ਦੇ ਵਿੱਚ ਭਿਖਿਆ ਨਹੀਂ ਮੰਗਣੀ ਪੈਂਦੀ। ਥਾਂ ਥਾਂ ਦਰ ਜਾ ਕੇ ਸੁੱਖਾਂ ਦੀਆਂ ਅਰਦਾਸਾਂ ਨਹੀਂ ਕਰਨੀਆਂ ਪੈਂਦੀਆਂ ਵੀ ਆਹ ਮਿਲ ਜੇ, ਆਹ ਮਿਲ ਜੇ। ਸੁੱਖਾਂ ਦੀਆਂ ਅਰਦਾਸਾਂ ਉਦੋਂ ਹੀ ਕਰਦਾ ਹੈ ਬੰਦਾ, ਦੁੱਖਾਂ ਦਾ ਸਾਹਮਣਾ ਉਦੋਂ ਹੀ ਕਰਦਾ ਹੈ ਜਦੋਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਹੁੰਦਾ। ਜਦੋਂ ਨਾਮ ਮਿਲ ਜਾਂਦਾ ਹੈ ਫਿਰ ਉਹਨੂੰ ਦੁਨੀਆ ਵਿੱਚ ਭਵਣਾ ਨਹੀਂ ਪੈਂਦਾ, ਇਉਂ ਕਹਿ ਲਓ ਵੀ ਭਕਾਈ ਨਹੀਂ ਕਰਨੀ ਪੈਂਦੀ, ਦੌੜ ਨਹੀਂ ਕਰਨੀ ਪੈਂਦੀ। ਫਿਰ ਇਹਦੇ ਕਾਰਜ ਆਪਣੇ ਆਪ ਰਾਸ ਆਈ ਜਾਂਦੇ ਨੇ। ਜਾ ਕੋ ਮਹਿਲ ਹਜ਼ੂਰ ਦੂਜੇ ਨਿਵੈ ਕਿਸ। ਭਾਈ ਜਿਹਦੇ ਪ੍ਰਮਾਤਮਾ ਰੂਪੀ ਮਹਿਲ ਨੇੜੇ ਹੋਵੇ ਫਿਰ ਦੂਜੇ ਦੇ ਘਰ ਕਿਉਂ ਜਾਣਾ। ਹੁਣ ਆਪਣੀ ਘਰੇ ਕੋਠੀ ਬਣੀ ਪਈ ਹੈ, ਬੰਦਾ ਕਹਿੰਦਾ ਕੋਠੀ 'ਚ ਰਹਿਣ ਨੂੰ ਜੀ ਨਹੀਂ ਕਰਦਾ, ਫਲਾਣਿਆਂ ਦੇ ਘਰੇ ਜਾ ਕੇ ਰਹਾਂ। ਇਹ ਫਿਰ ਸੋਭਾ ਤਾਂ ਨਹੀਂ ਦਿੰਦੀ ਗੱਲ। ਸਾਡੇ ਕੋਲੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹੈ ਤੇ ਨਿਰੰਕਾਰ ਦੀ ਧੁਰਕੀ ਬਾਣੀ ਹੈ। ਇਸ ਬਾਣੀ ਨੂੰ ਛੱਡ ਕੇ, ਇਸ ਮਹਿਲ ਰੂਪੀ ਸ਼ਬਦ ਨੂੰ ਛੱਡ ਕੇ ਅਸੀਂ ਦੂਸਰਿਆਂ ਦੇ ਥਾਵਾਂ ਤੇ ਦੂਜੇ ਨਵੇਂ ਕਿਸ, ਦੂਸਰਿਆਂ ਥਾਵਾਂ ਤੇ ਜਾ ਨੀਵੇਂ ਹੋਈਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰ ਨਹੀਂ ਝੁਕਾਇਆ ਜਾਂਦਾ ਤੇ ਥਾਂ ਥਾਂ ਦਰ ਦਰ ਜਾ ਕੇ ਸਿਰ ਨੀਵੇਂ ਕਰਦੇ ਆ, ਮੱਥੇ ਜਾ ਕੇ ਨੱਕ ਰਗੜਦੇ ਆ। ਮਹਾਰਾਜ ਕਹਿੰਦੇ ਇਹ ਤੈਨੂੰ ਸੋਭਾ ਨਹੀਂ ਦਿੰਦਾ। ਅੱਗੇ ਕੀ ਕਹਿੰਦੇ ਨੇ, ਦਰ ਦਰਬਾਣੀ ਨਾਹੇ ਮੁੱਲੇ ਪੁੱਸ ਤਿਸ। ਦਰ ਦਰਬਾਣੀ, ਦੂਸਰਿਆਂ ਦਰਾਂ ਤੇ ਜਾ ਕੇ ਜਦੋਂ ਮੱਥੇ ਟੇਕਦਾ ਝੁਕਦਾ, ਮੁੱਲੇ ਪੁੱਸ ਤਿਸ, ਤੇਰਾ ਇੱਕ ਮੂਲ ਜਿੰਨਾ ਵੀ ਕੰਮ ਨਹੀਂ ਸਵਰਨਾ। ਕਿਸੇ ਨੇ ਤੇਰੀ ਪੁੱਛ-ਗਿੱਛ ਨਹੀਂ ਕਰਨੀ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਕਿਉਂਕਿ ਸਭ ਪ੍ਰਮਾਤਮਾ ਦੇ ਭੈ ਵਿੱਚ ਨੇ। ਜਿਨ੍ਹਾਂ ਦੇ ਦਰਾਂ ਤੇ ਜਾਣਾ ਉਹ ਵੀ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਬੈਠੇ ਨੇ। ਜਿਨ੍ਹਾਂ ਦੇ ਕੋਲ ਜਾ ਮੱਥੇ ਰਗੜਦਾ ਉਹ ਵੀ ਪ੍ਰਮਾਤਮਾ ਦੇ ਭੈ ਵਿੱਚ ਨੇ, ਉਹ ਵੀ ਪ੍ਰਮਾਤਮਾ ਤੋਂ ਬਾਹਰ ਨਹੀਂ ਹੋ ਸਕਦੇ। ਇਸ ਕਰਕੇ ਜੇ ਚਾਹੁੰਦੇ ਜ਼ਿੰਦਗੀ ਦੇ ਸਭ ਕੰਮ ਰਾਸ ਆਉਣ ਤਾਂ ਫਿਰ ਇੱਕੋ ਦਰ ਹੈ, ਉਹ ਪ੍ਰਮਾਤਮਾ ਦਾ ਘਰ ਹੈ। ਕੇਵਲ ਪ੍ਰਮਾਤਮਾ ਅੱਗੇ ਮੱਥਾ ਟੇਕ, ਪਰਮਾਤਮਾ ਦੀ ਪੂਜਾ ਕਰ। ਜਿਹਨੂੰ ਬਾਬੇ ਨਾਨਕ ਨੇ ਆਖਿਆ ਥਾਲ ਵਿੱਚ ਤਿੰਨ ਵਸਤੂ ਪਈਓ, ਗਾਗਨ ਮੈਂ ਥਾਲ ਰਾਬ ਚੰਦ ਦੀਪਕ ਮੈਂ ਤਾਰਕਾ ਮੰਡਲ ਜਨਕ ਮੋਤੀ। ਜਿਹਦੇ ਅੱਗੇ ਸੂਰਜ ਤੇ ਚੰਦਰਮਾ ਦੀਆਂ ਜੋਤਾਂ ਜਗਦੀਆਂ ਨੇ,
आकाश का थाल है, मंडल ब्रह्मांड 9 खंड, ये सारे उस परमात्मा की आराधना विच ने। इस करके ये थाल जिहड़ा है संसार रूपी, तू भी इहदे विच परमात्मा की आराधना करिया कर। थां खा ना जा, महाराज कहते सुटै तां कै बोल साहिब नादर तिस। महाराज कहते भाई तां सुटेगा जे साहिब ने बोल कर दिते। नादर जिस, जिहदे उत्ते परमात्मा अकाल पुरख वाहिगुरु नादर करे, उस बंदे दा बंधना तो छुटकारा हुंदा है। वरना थां थां जाके जिन्ने मर्जी मत्थे रगड़, जो मर्जी कर, कुछ नहीं तेरा होना। भला तेरा उदों ही होना है जदों अकाल पुरख वाहिगुरु की आराधना में जुड़ेगा। ਉਹਦੇ तो बिना कोई भी बांह नहीं फड़ सकता। इस करके कई लोग की करते हैं जी, गुरुद्वारे भी अरदास कराई, फिर कहते फलाने बाबे को भी जा ही आईए, ਉਹਦਾ भी लांभा ला ही आईए, ਉਹਦੇ ਕੋਲੇ भी जाते हैं। सच एक होर चेते किया सी, आपां उत्थे भी गए सी, जा आईए। थां थां ते एक थां भरोसा रख लै, महाराज कहते एक बेड़ी च चढ़ जा, भावें उधर भावें उधर, मर्जी तेरी है। रोकिया नहीं महाराज ने किसी ने भी फलाना माड़ा फलाना माड़ा है, महाराज ने किसी ने भी माड़ा नहीं आख्या। महाराज कहते संत समूह अनेक मती ते, अनेका मतां दे साध संत ने, पीर फकीर ने, किसी ने महाराज ने माड़ा नहीं आख्या। पर बंदिया तैनू समझाया है भी तू सोच समझ के रखी, जिहड़ा दिमाग तैनू दिता है ना, कच्चड़ियां स्यों तोड़ ढूंढ सज्जन संत पक्कियां, तैनू गुरु ये भी आखदा है भी कच्चियां दा पल्ला ना फड़दी। क्योंकि संसार विच नकल ज्यादा चलदी है, असल नूं लोक घट खरीदते। ते असल परमात्मा दा नाम है, बिरले बिरले साधु संत ने जिहड़े असल परमात्मा दे नाल जोड़दे ने, वरना सब अपने अपने डेरियां नाल जोड़दे ने। इस करके गुरु जी कहते ने भाई सुटै तां कै बोल साहिब नदर जिस, ਜਿਹੜੇ ਬੰਦੇ ਉੱਤੇ ਪ੍ਰਮਾਤਮਾ ਦੀ ਨਜ਼ਰ ਹੋਵੇ, ਸਾਹਿਬ ਦੇ ਬੋਲ ਹੋ ਜਾਣ, ਉਹਦਾ ਛੁਟਕਾਰਾ ਹੁੰਦਾ ਬੰਧਨਾਂ ਤੋਂ। ਵਰਨਾ ਦੁਨੀਆ ਵਿੱਚ ਆਪਾਂ ਥਾਂ ਥਾਂ ਫਿਰਦੇ ਆ, ਸਾਡਾ ਛੁਟਕਾਰਾ ਨਹੀਂ ਜੇ ਹੋਣਾ। ਇਸੇ ਕਰਕੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਸਗਲ ਦੁਆਰ ਕੋ ਸਾਡ ਕੈ ਗਹਿਓ ਤੁਹਾਰੋ ਦੁਆਰ। ਹੈ ਵਾਹਿਗੁਰੂ, ਮੈਂ ਸਭ ਦੁਨੀਆ ਦੇ ਦਰ ਛੱਡ ਕੇ ਤੇਰਾ ਦਰ ਫੜਿਆ, ਵਾਹੇ ਗਹੇ ਕੀ ਲਾਜ ਅਸ। तू मेरी बाह फड़ी है ते हुण लाज रखी, गोबिंद दास तुहार, मैं तेरे दर ते आया। जदों बंदा इस दर दा भिखारी हो जाता है, हम भीखक भिखारी तेरे, तू निज पत है दाता। जदों बंदे दा मन आखे भी दाता मैं प्यार लैके सरदा लैके तेरे दर आया, तेरे बिना कोई नहीं, हुण तू बाह फड़ी। फिर चेते रखियो एक दिन ऐसा आ जाता है कि बंदे नूं मंगण दी भी लोड़ नहीं पैंदी, कुछ कहण दी लोड़ नहीं पैंदी। जदों रब नाल प्यार पै जावे, फिर समझ आ जाती है भी मैनू अरदास करन दी भी लोड़ नहीं, क्योंकि मेरा प्यो सब कुछ जानदा है, करे कराए आपे आप। ये अवस्था समझ विच आ जाती है भी जो वो कर रहा है वो सब कुछ मेरे लिए ठीक है, चंगा है। फिर सुख मंगण दी लोड़ नहीं पैंदी, वो आपे ही सब कुछ करी जाता है, सब कुछ सामने बसाई जाता है। इस करके गुरु साहब जी के शब्दों को समझण का यतन करिए। महाराज कहते जिहदे उत्ते परमात्मा नजर करे, वो इंसान के बंधन कट्टे जाते हैं ते सुखां दा साह मिलता है। कल्ले आने आप जिस नाही दूजा मत्तै कोए, भाई आपां नूं परमात्मा ने घल्लिया दुनिया च। चेते रखियो महाराज कहते कल्ले आने आप, आपां उस परमात्मा दे घल्ले होए आए हैं दुनिया च। दुनिया के किसी सियाने ने तो नहीं आपां नूं जन्म दिता। लोग कहते जी फलाने बाबे कोले जांदे सी, सियाने कोले जांदे सी, उत्थों मुंडा होया साडे तां। लो इत्थे मैं 2 मिनट बोलना, भावें कि टाइम अपना समाप्ति का हो गया। आखिर दी पंक्तियां ने, कोट धर्मू दे नाल ही पिंड है झेरियां वाली, कोई अणकथनी नहीं, 1 महीना पहलां दी गल है। मुंडा इस वेले फौज विच लैफ्टिनेंट है, इस वेले मौजूदा, और दिल्ली उसकी ड्यूटी है। मित्र है मेरा पुराना, 2 कुड़ियां सी पहला, 10 साल बाद बच्चा लिया, वो घर वाली नूं नाल ही लै गया, हुण बच्चों समेत ही उत्थे दिल्ली। उत्थे वो किसी सियाने कोले जान लग पे, सियाने ने लिख के दिता, गारंटी दिती भी मुंडा होवेगा। समझ लो कोई आ झेरियां वाली पिंड समझ गए होंगे, कोट धर्मू दे नाल ही, कोई बहुती दूर नहीं।
लिख के दे दिता। घर वाले रिश्तेदार सज्जणा ने भी कहा भी भाई तू टैसट करवा लै, क्योंकि आपां नूं पता ही अजकल सब कुछ चलता है। सियाणे नूं पुछया, वो कहता भी जे टैसट कराओगे मेरी गारंटी कोई नहीं, कहता मेरी गारंटी कोई नहीं जे टैसट कराओगे। उन्होंने टैसट तक नहीं कराउण दिता गया। एक महीना पहला बड़े ऑपरेशन नाल बच्ची का जन्म होया, तीजी कुड़ी हो गई। ते हुण सियाणे कोल गए, कहता मेरे को पहली बारी आ केस आया, अज तक जिन्ने भी दिते ने मुंडे ही दिते ने, कुड़ी कोई होई नहीं। पर गुरु साहब जी इत्थे की कहंदे ने, महाराज कहंदे कल्ले आना आप, जिस ना ही दूजा मत्तै कोई। भाई दुनिया दे विच कोई ऐसा बंदा नहीं जिहड़ा तुहानू पैदा भी कर सके, किसे विच पावर नहीं। हाँ किसे रब दे प्यारे ने सरदा विच रब दे भै विच बचन कर दिते, वो वखरी गल है। जेड़े गारंटियां लै लैके ये काम करते हैं, वाकई गारंटियां टुट जाया करदियां ने। गारंटी तो इत्थे बंदे दे सवास दी नहीं है, चीज़ां दी काहदी गारंटी। आपां कहने ना भी मोबाइल लैना किन्ने चिर दी गारंटी आ, वो कहते जी साल की गारंटी है, कई बार शाम नूं घंटे बाद ही फिर खराब पिया हुंदा, फिर गारंटी काहदी। मुड़ के खज्जल खुआरियां ने, गारंटियां विचे रह जांदियां ने, कुछ नहीं बनता। हकीकतां ने अपनी जिंदगी दियां। इस करके जो परमात्मा करदा है ਉਹਦੇ ਤੋਂ बिना दुनिया विच ऐसा कोई हो ही नहीं सकता भी ਉਹਦੇ वर्गा कुछ कर सके। नकलां करन वाले बड़े हो सकते, नकलां करन वाले बहुत पैदा हो सकते ने। गुरु तेग बहादुर महाराज नूं गद्दी विराजमान कर गए सी। गुरु हरकृष्ण साहब जी जदों दिल्ली च संसार तो जान लगे ते वचन कर गए सी बाबा बकाले। गुरु हरकृष्ण साहब 8वें पातशाह ने वचन किया बाबा बकाले, बस वचन करन दी देर सी कि जेड़े नकल करन वाले सी 22 गुरु बन के बैठ गए सी बाबे बकाले की धरती ते। सुनिया होवेगा तुसीं सारिआं ने इतिहास। ते जेड़ा गुरु तेग बहादुर असली सी वो 30 साल तो भोरे च बैठा है, ते बाहरे बैठे 22 मंजियां डाह के गुरु बन के बैठ गए। धीर मलिए आ के बड़ियां मंजियां ला के बैठ गए, मैं सच्चा गुरु हाँ, मैं सच्चा गुरु हाँ। पर असल विच जेड़ा सच्चा सी उत्थे फिर मक्खण सा लभाने ने आख्या सी गुरु ला दो रे, गुरु ला दो रे। इस करके महाराज कहंदे कच्चड़ियां स्यों तोड़ ढूंढ सज्जण संत पक्कियां बंदिया, दुनिया विच कच्चे बड़े ने, सोच समझ के लाई। कच्चा रंग कुसुम का थोड़ियां दिन चार दियो, ये थोड़े क दिन चंगा लगदा कच्चा रंग, जदों पहली धोप आईए फिर कपड़ियां तो लह जाया करदा है। इहो जे जेड़े सियाणे लोग मिठियां गल्लां मार के सानू उलझाउंदे ने ना, मैं कल भी शायद बेनती कीती सी, वो सियाणे नहीं वो तां कमले ने जेड़े दुनिया नू कराहे पाउंदे ने। सियाणा तां ओ हुंदा है जेड़ा सही मार्ग ते पावे। वो काहदा सियाणा जेड़ा दुनिया नू कराहे पाई जावे, दुनिया की लुट सुट करी जावे। इस करके महाराज कहंदे घल्ले आना आप बंदिया, तेनू परमात्मा ने घल्लिया, जिस ना ही दूजा मत्तै कोई, ओदे वर्गा दुनिया विच होर कोई है ही नहीं। इस करके ढाहे उसारे साज जाने सब सोए, ओ परमात्मा ढाउण भी जानदा है, उसारे उसारन भी जानदा है, उसार के साज। हुण पालकी बनी है, ये सोहनी लग रही है, सजी हुई है, पर असल में ये अंदर लकड़ है। पहला लकड़ नूं उसारिया गया, फिर इहनूं सवारिया साजिया गया, उत्ते चीज़ां वस्तुआं सोहणियां लाइयां गईयां, पत्रा चढ़ाया गया पित्तल का। फिर महाराज कहंदे ढाहे वो ढाउण भी जानदा है, उसारे उसारन भी जानदा है, उसार के साज उहनूं सजाउणा भी जानदा है। जाने सब सोए, एक करता है परमात्मा काल पुरख वाहिगुरू। बंदिया जे ओ तेरी माड़ी किस्मत लिखण जानदा है तां चेते रखी तेरी किस्मत नूं उसारन भी जानदा है। जे उसारन जानदा है तां तेरी किस्मत दे चार चंद भी ला सकदा है। इह हत्थ वस तेरे है। जे चंगे कारीगर दे हत्थ लक्कड़ चढ़ जे तां बिंगी टेढ़ी लक्कड़ दे भी दरवाजे बना दिया करदा है, ते जे किते लोहार दे हत्थे चढ़ जे ओ चंगी पली लक्कड़ नूं पाड़ के अग विच ला दिया करदा है। हुण चंगा कारीगर आ गुरु ग्रंथ साहिब जी, जे तां आपां इस कारीगर दे हत्थ चढ़ गए फिर तां साडा जीवन बन जाएगा, संगार देगा सानू। ते जे किसी से कच्चे कारीगर दे हत्थ चढ़ के लीरो लीर करके रख देना है। इस गल नूं समझ के चलियो। चंगा कारीगर गुरु ग्रंथ साहिब महाराज है। आखिरी पंक्ति, नाओ नानक बख्शीस नादरी कर्म होए। आखिरी पंक्ति विच कम नवेड़ दिता। महाराज कहंदे नाओ
ਨਾਨਕ ਬਖਸ਼ੀਸ ਐ ਬੰਦਿਆ परमात्मा दे नाम नाल ही तेनू बख्शिशां मिलणगीਆਂ। नाओ नानक बख्शीस कहते मेरे उत्ते भी परमात्मा दे नाम दे नाल बख्शिश होई है। नादरी कर्म होए ओ परमात्मा फिर अपनी नदर करदा है ते साडे कर्म चंगे कर दिंदा है, फिर असी काम भी दुनिया च चंगे करते हैं। इस करके सब कुछ आखिरी पंक्ति समा समाप्ति का लम्हा महाराज कहते करे कराए आपे आप मानुख कह किस नाही हाथ। मनुख दे हथ विच कुछ नहीं, सब कुछ करन करावन वाला परमात्मा है। इस करके ओदी आराधना करिए। जदों ओनू आराधांगे तां असीं चंगे बंदे बनांगे, शुभ पुरुष बनांगे। जदों शुभ पुत लायक बन गए फिर परमात्मा ने साडी जिंदगी विच भी सब कुछ शुभ शुभ करना है, चंगा चंगा करना है। माड़ा हुंदा ही उदों तक है साडी जिंदगी च जिन्नी देर तक साडे विंग वाल नहीं निकलदे। कारीगर फिर त्रासदा ही रहिंदा है, जदों विंग निकल जाण फिर उहनूं संगार बनाउंदा है। आओ ये बेनतियां प्रवान करनियां। होइयां भुल्लां गुरु साहब संगत बख्शण जोग है बख्शना। सुधता दी अरदास सारे रल मिल के सतगुर के चरणों में बोलते हैं। 5-7 मिनट 5 मिनट उत्ते हो गए ने। गुरु जी संगत बख्शण जोग है, कृपा करना अपना सारियां दा समा सवास लेखे विच ला लैण सतगुरु जी। सबनां नूं नाम दी दात अपनी मत दे के अपना नाम सब कोलों आप ही जपा लैण। दास कोलों बोलदियां होइयां भुल्लां गुरु साहब संगत बख्शण जोग है बख्शना। सारे रल मिल के श्लोक पढ़ के अरदास विच समूलियत करो जी। इहो लोक सुखिए परलोक सहेले नानक हर प्रभ आपे बेले। सलोक पावन गुरु पाणी पिता माता तरत दिवस रात दोए दाई दाया। चंगियाइयां बुरियाइयां करमी आपो अपनी जिनी नाम त्याया। नानक ते मुख उजले जिनी नाम त्याया। नानक ते मुख उजले। वाहिगुरु जी का खालसा वाहिगुरु जी की फतेह। तू ठाकुर तुम